ਨਾ ਭਾਈ ਦਾ ਐਡਾ ਵੱਡਾ ਮੂੰਹ ਹੈ, ਸਿਲੰਡਰ ਨੂੰ ਟਾਈ ਲਾਈ ਹੁੰਦੀ ਹੈ। ਲੜਾਈ ਕਰਨੀ ਹੈ। ਤੱਕ ਵੇ ਤੂੰ ਥੋੜਾ ਜਿਹਾ ਪੈਡਾਂ ਵੱਲ ਤੱਕ ਵੇ। ਸਰਦੀਆਂ ਦੇ ਵਿੱਚ ਨਹਾਉਣ ਗਿਆ ਤੇ ਕਹਿੰਦੇ ਯਾਰ ਪਹਿਲਾ ਕੋਲਾ ਠੰਡਾ ਹੁੰਦਾ, ਉਹ ਜਿਸਮ ਤੇ ਨਹੀਂ ਪਾਣਾ, ਤੇ ਪਹਿਲਾ ਕੋਲਾ ਕੰਨ ਤੇ ਡੋਲ ਕੇ ਬਕਾਏ ਨੂੰ ਨਹਾਉਣ ਲੱਗ ਪਿਆ। अस्सलाम नाज़रीन, मैं फैसल अकरम तो तुसी वेख रहे हो उर्दू मीडिया। नाज़रीन, अपनी ऑडियंस की भरपूर इसरार तो बाद मैं कोशिश की थी कि अपना प्रोग्राम पंजाबी स्टार्ट करा। इस प्रोग्राम का मकसद सिर्फ यह है कि लोगों को सिर्फ हासा मजाक होवे ते फन होवे। ते तुहानू पता है कि पंजाबी च हासा मजाक सिर्फ जुगता दे नाल हुंदा है। एक मेरी छोटी जी कोशिश हैगी है, तो उम्मीद करना तुहानू यह प्रोग्राम जरूर पसंद आएगा। तो चलो प्रोग्राम नू बकायदा शुरू करने हैं। ਇਹਦਾ ਦਾਦਾ ਫੌਤ ਹੋਇਆ ਤੇ ਉਹਨਾਂ ਨੇ ਕਬਰ ਬਣਾਈ। ਕਬਰ ਬਣਾ ਕੇ ਨਾ ਉਹਨੂੰ ਬੂਟਾ ਕਹਿੰਦੇ ਬੂਟਾ ਵੀ ਲਾ ਦਿਓ। ਇਹਨੇ ਬੂਟਾ ਲਾਇਆ, ਉਹ ਕਹਿੰਦਾ ਥੋੜਾ ਹੋਰ ਥੱਲੇ ਕਰ ਦਿਓ, ਕਹਿੰਦਾ ਹੋਰ ਥੱਲੇ ਕਰ ਦਿਓ, ਕਹਿੰਦਾ ਮੈਂ ਦਾਦੇ ਦੇ ਹੱਥ ਨਾ ਫੜਾ ਦਿਆ। ਇਹਦੇ ਬਾਅਦ ਦਾਦਾ ਫੌਤ ਹੋਇਆ ਤੇ ਕਬਰ ਵਧਾਉਣ ਗਏ ਤੇ ਉਹਨਾਂ ਨੇ ਕਿਹਾ ਭਾਈ ਕਿੰਨੇ ਪੈਸੇ? ਕਹਿੰਦੇ ਯਾਰ ਅਸੀਂ 20,000 ਰੁਪਇਆ ਲੈਣੇ ਆ। ਕਹਿੰਦੇ ਯਾਰ ਤੂੰ 10,000 ਲੈ ਲੈ, ਲੱਤਾਂ ਬਾਹਰ ਰੱਖਦੀ। ਇਹਦਾ ਦਾਦਾ ਬਹੁਤ ਹੋ ਗਿਆ, ਬੜਾ ਮਾੜਾ ਹੈਗਾ ਜੀ, ਕਬਰ ਨਹੀਂ ਖਦਵਾ ਰਹੇ। ਮੈਂ ਕਿਹਾ ਖੈਰ ਹੈ ਕੀ ਕਰਨਾ? ਕਹਿੰਦਾ ਕਬੂਤਰ ਨਾ ਬਣ ਕੇ ਛੱਡਣਾ। ਹਾਂਜੀ, ਇਹਨਾਂ ਦਾ ਵੀ ਦਾਦਾ ਫੌਤ ਹੋਇਆ ਤੇ ਵਿਚਾਰੇ ਬੜੇ ਗਰੀਬ ਸਨ, ਕਫਨ ਦੇ ਪੈਸੇ ਨਹੀਂ ਸੀ, ਕਹਿੰਦੇ ਯਾਰ ਚੂਨਾ ਮਲ ਕੇ ਦਫਨਾ ਦੇ। ਹਾਂਜੀ, ਹੋਰ ਮਹੱਲੇ ਇੱਕ ਦਫਾ ਫੌਤ ਗਈ ਹੋਈ ਤੇ ਉਹ ਜਦੋਂ ਜਨਾਜ਼ੇ ਨੂੰ ਲੈ ਕੇ ਜਾਂਦੇ ਨਹੀਂ ਜਨਾਜ਼ਗਾਹ ਤੇ, ਉੱਥੇ ਜਨਾਜ਼ਾ ਰੱਖਿਆ, ਸਾਰੇ ਬੰਦੇ ਵੁਜ਼ੂ ਕਰਦੇ ਤੇ ਕੰਨ ਤੇ ਜਾ ਕੇ ਕਹਿ ਰਿਹਾ, ਕਹਿੰਦਾ ਨਿਕਲਦਾ ਹਜੇ ਵੀ ਟਾਈਮ ਹੈਗਾ। ਸਹੀ ਸਹੀ ਸਹੀ। ਵਕੀਲ ਹੈਗਾ ਸੀ ਤੇ ਬੋਲਾ ਸੀ। ਜੱਜ ਹੈਗਾ ਸੀ, ਗੁੰਗਾ ਸੀ। ਵਕੀਲ ਹੈ ਸੀ ਤੇ ਡਾਕਟਰ ਉਹਨੂੰ ਜੱਜ ਨੂੰ ਕਹਿੰਦਾ ਐਕਸਕਿਊਜ਼ ਮੀ। ਆ ਭਾਈ ਦਾ ਵੇਲਾ ਗੰਜੀ ਚੜੇਲ ਹੁੰਦੀ। ਮਾਸ਼ਾਅੱਲਾ ਵੀ ਭਾਈ ਦਾ ਮੋਰ ਕੋ ਚਰੇਲ ਦੀ ਗੁੱਤ ਹੁੰਦੀ। ਆ ਭਾਰ ਵੀ ਜੇਲ੍ਹ ਲਾਣਾ ਤੇ ਆਪਣੇ ਸਾਈਕਲ ਕੋ ਡਰਨਾ। ਸਰਦੀਆਂ ਦੇ ਵਿੱਚ ਨਹਾਉਣ ਗਿਆ ਤੇ ਕਹਿੰਦੇ ਯਾਰ ਪਹਿਲਾ ਕੋਲਾ ਠੰਡਾ ਹੁੰਦਾ, ਉਹ ਜਿਸਮ ਤੇ ਨਹੀਂ ਪਾਣਾ, ਤੇ ਪਹਿਲਾ ਕੋਲਾ ਕੰਨ ਤੇ ਡੋਲ ਕੇ ਬਕਾਏ ਨੂੰ ਨਹਾਉਣ ਲੱਗ ਪਿਆ। ਇੱਕ ਦਿਨ ਨਾ ਭਾਨ ਬੜਾ ਸੀਰੀਅਸ ਹੋ ਕੇ ਤੇ ਆਪਣੀ ਬੁੱਢੀ ਨੂੰ ਕਹਿ ਰਿਹਾ ਅੱਜ ਨਾ ਤੇਰੇ ਕੋਲ 1122 ਵਾਲਿਆਂ ਦਾ ਨੰਬਰ ਹੈ? ਕਹਿੰਦੀ ਹੈ। ਕਹਿੰਦੇ ਘਰ ਸੋਹਰਿਆਂ ਘਰ ਵਾਲਿਆਂ ਦਾ ਨੰਬਰ ਹੈ? ਕਹਿੰਦੇ ਹਾਂ। ਕਹਿੰਦੇ ਕੀ ਹੋਇਆ ਕਿ ਚੱਲੇ ਕਿੱਥੇ ਹੋ? ਕਹਿੰਦੀ ਕੁਛ ਨਹੀਂ, ਬਸ ਨਹਾਉਣ ਚੱਲਾਂ। ਹਾਲਾ ਨਵਾਂ ਵਿਆਹ ਆਇਆ ਤੇ ਬੁੱਢੀ ਕਹਿੰਦੀ ਜਾ ਕੁੰਡੀ ਲਾ ਕੇ ਆ, ਤੇ ਬਾਹਰੋਂ ਕੁੰਡੀ ਲਾ ਕੇ ਨਿਕਲ ਗਿਆ। ਉਹ ਅੰਦਰੋਂ ਗਿਆ ਸੀ। सही सही। कागज़ चौकदार है, ठीक है, तो अपने बोरे पीछे रखा लिया। इसके अलावा हमारी और कोई ब्रांच नहीं है। ओ गुड़िया गुड़िया। ਇਹ ਭਾਈ ਜਿੰਨ ਸੀ ਤੇ ਕੁਝ ਬੱਚਿਆਂ ਦੇ ਤਰਲੇ ਕਰਦਾ ਫਿਰ ਯਾਰ ਮੇਰਾ ਕੰਨ ਮਰੋੜ ਦੇ, ਮੇਰਾ ਕੰਨ ਮਰੋੜ। ਬੱਚੇ ਕਹਿੰਦੇ ਵਜ੍ਹਾ ਕੀ? ਸਾਨੂੰ ਵਜ੍ਹਾ ਦੱਸ। ਕਹਿੰਦਾ ਮੈਂ ਗਾਇਬ ਹੋਣਾ। सही हो गया ਭਾਈ ਪਹਿਲੇ ਮਾਲਸ਼ੀਆ ਸੀ ਤੇ ਕੰਮ ਕੁਮ ਕੋਈ ਨਹੀਂ ਸੀ ਆ ਰਿਹਾ। ਨੇ ਦੇਖਿਆ ਸਾਹਮਣੇ ਡਾਕਟਰ ਦੀ ਦੁਕਾਨ ਵਾਵਾ ਚੱਲਦੀ ਪਈ ਹੈ ਵੇ, ਕਹਿੰਦਾ ਮੈਂ ਵੀ ਕਲੀਨਿਕ ਪਾ ਲੈਣਾ। ਇਹਨੇ ਡਾਕਟਰ ਦੀ ਦੁਕਾਨ ਪਾਈ ਤੇ ਨਾ ਇੱਕ ਮਰੀਜ਼ ਆਇਆ ਪਹਿਲੇ, ਕਹਿੰਦਾ ਡਾਕਟਰ ਸਾਹਿਬ ਮੇਰੀ ਲੱਤਾਂ ਬਹੁਤ ਦਰਦ ਹੋ ਰਹੀਆਂ, ਕਹਿੰਦਾ ਲੰਮੇ ਪੈ ਮੈਂ ਘੁੱਟ ਦੇਣਾ। ਡਾਕਟਰ ਹੈਗਾ ਸੀ ਫੈਸਲ ਭਾਈ, ਡਾਕਟਰ ਹੈਗਾ ਸੀ ਤੇ ਇਹਨਾਂ ਨੇ ਆਪਣੀ ਕਲੀਨਿਕ ਖੋਲ ਲਈ ਤੇ ਸੁਬਾਹ 8 ਵਜੇ ਦਾ ਬੈਠਾ, ਰਾਤ ਦੇ 10 ਵਜੇ ਕੋਈ ਮਰੀਜ਼ ਨਹੀਂ ਆਇਆ ਤੇ ਆ ਕੇ ਕਹਿੰਦਾ ਸ਼ਟਰ ਥੱਲੇ ਸੁੱਟਣ ਦਿਆ ਤੇ ਇੱਕ ਨਸਾ ਮਰੀਜ਼ ਹੈ। ਕਹਿੰਦਾ ਡਾਕਟਰ ਸਾਹਿਬ ਕਹਿੰਦੇ ਕੀ ਹੈ? ਕਹਿੰਦਾ ਮੇਰੇ ਸਿਰ 'ਚ ਦਰਦ ਹੋ ਰਹੀ। ਤੇ ਕਹਿੰਦਾ ਮੈਂ ਕੀ ਕਰਾਂ? सही सही। ਇਹਨਾਂ ਘਰ ਮੁਰਸ਼ਿਦ ਆ ਕੇ ਤੇ ਪਾਈਆ ਕੀਮਾ ਲਾਇਆ, ਠੀਕ ਹੈ, ਤੇ ਕਹਿੰਦਾ ਮੁਰਸ਼ਿਦ ਅੱਜ ਕੀ ਪਾਵਾਂ? ਕਹਿੰਦਾ ਪੁੱਤ ਪਾਈਆ ਕੀਮਾ ਹੋਰ ਪਾ ਲੈ। ਅੰਨਾ ਘਰ ਵੀ ਨਾ ਅੰਨਾ ਦੇ ਪੀਰ ਸਾਹਿਬ ਆ ਗਏ ਤੇ ਅੰਨਾ ਨੇ ਭਾਜੀ ਚਾਂਦੀ ਦੀ ਪਲੇਟਾਂ ਦੇ ਉੱਤੇ ਰੋਟੀ ਖਵਾਈ ਪੀਰ ਸਾਹਿਬ ਨੂੰ, ਤੇ ਪੀਰ ਸਾਹਿਬ ਨੇ ਨਾ ਇੱਕ ਚਮਚ ਚੁੱਕ ਕੇ ਨਾ ਆਪਣੀ ਜੇਬ 'ਚ ਕਰੱਪ ਕਰ ਲਿਆ ਗੈਪ। ਇਹਨੇ ਵੇਖ ਲਿਆ। ਉਹ ਭਾਜੀ ਜਦੋਂ ਪੀਰ ਸਾਹਿਬ ਜਾਣ ਲੱਗੇ ਨਾ, ਕਹਿੰਦੇ ਸਾਡੇ ਪੀਰਾਂ ਦੀ ਕਰਾਮਤ ਵੇਖੋ, ਇੱਕ ਚਮਚ ਮੇਰੀ ਜੇਬ 'ਚੋਂ ਨਿਕਲਿਆ, ਇੱਕ ਪੀਰ ਸਾਹਿਬ ਦੀ ਜੇਬ 'ਚੋਂ। पीरा नू जादू विखाना शुरू करता। सही सही। ਇੱਕ ਦਫਾ ਘਰ ਪੀਰ ਸਾਹਿਬ ਆਏ
ਤੇ ਉਹਦੇ ਘਰ ਕੁਛ ਵੀ ਨਹੀਂ ਹੈਗਾ ਸੀ ਖਾਣ ਪਕਾਉਣ ਵਾਸਤੇ। ਤੇ ਭਾਜੀ ਨੇ ਵੇਖਿਆ ਪੀਰ ਸਾਹਿਬ ਦੀ ਜੁੱਤੀ ਮਹਿੰਗੀ, ਜਿਹਨੇ ਪੀਰ ਸਾਹਿਬ ਦੀ ਜੁੱਤੀ ਵੇਚਤੀ। ਪੀਰ ਸਾਹਿਬ ਨੂੰ ਵਾਹੀ ਰੋਟੀ ਖਵਾਈ ਤੇ ਪੀਰ ਸਾਹਿਬ ਕਹਿੰਦੇ ਯਾਰ ਬਹੁਤ ਮਜ਼ਾ ਆਇਆ। ਕਹਿੰਦਾ ਬਸ ਪੀਰ ਸਾਹਿਬ ਤੁਹਾਡੀ ਜੁੱਤੀ ਦਾ ਸਦਕਾ। ਵਾਲਾ ਵਾਹ 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 ਕੀ ਬਾਤ ਹੈ, ਜ਼ਬਰਦਸਤ ਸੀ। ਇਹਦੀ ਇੱਕ ਵਾਰੀ ਲੱਤ ਟੁੱਟ ਗਈ, ਡਾਕਟਰ ਕਹਿੰਦਾ ਇਹ ਤੁਹਾਡੇ ਪਲੇਟਾਂ ਪੈਣਗੀਆਂ, ਤੇ ਕਹਿੰਦਾ ਚਮਚ ਕਿਨੇ ਪੈਣਗੇ। ਸਹੀ, ਜ਼ਬਰਦਸਤ ਹੋ ਗਿਆ। ਹੋਰ ਇਹਨੇ ਸਬਜ਼ੀ ਦੀ ਦੁਕਾਨ ਪਾਈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਗਾਹਕ ਨਾ ਆਵੇ, ਪਾਣੀ ਦਾ ਛੱਟਾ ਲਾ ਰਿਹਾ। ਕਮਾਈ ਆਈ, ਕਹਿੰਦੀ ਪੁੱਤ ਹੀ ਕਰ ਰਿਹਾ, ਕਹਿੰਦਾ ਸੁੱਤੇ ਨੇ ਮੈਂ ਜਗਾ ਰਿਹਾ ਵਾਂ। ਇਹਨੇ ਵੀ ਫੇਰ ਇੱਕ ਦਫਾ ਸਬਜ਼ੀ ਲਾ ਲਈ ਭਾਜੀ, ਸਾਰੀ ਦਿਹਾੜੀ ਕੋਈ ਬੰਦਾ ਨਹੀਂ ਆਇਆ, ਕਮਾਈ ਆਈ। ਕਹਿੰਦੀ ਪੁੱਤ ਇਹ ਕੀ ਪਿਆ ਹੈ? ਤੇ ਉਹਨੂੰ ਕਹਿੰਦਾ ਮਾਂ ਜੀ ਪੁੱਛ ਕੇ ਦੱਸਣ ਦੇ। ਐਦਾ ਇੱਕ ਭਰਾ ਕੁੱਬਾ ਸੀ ਤੇ ਛੋਟੇ ਭਰਾ ਦੇ ਵਿਆਹ ਤੇ ਉਹਨੇ ਹਵਾਈ ਫਾਇਰਿੰਗ ਕਰਕੇ 5 ਬੰਦੇ ਮਾਰਤੇ। ਮੈਂ ਕਿਹਾ ਉਹ ਕਿਵੇਂ ਮਰੇ? ਕਹਿੰਦਾ ਕੁੱਬਾ ਸੀ ਇਹਨੇ ਕਰਦਾ। ਇਹ ਡਾਕਟਰ ਸੀ, ਇੱਕ ਬੰਦਾ ਕਹਿੰਦਾ ਡਾਕਟਰ ਸਾਹਿਬ ਮੈਨੂੰ ਟੀਵੀ ਹੋ ਗਈ ਹੈ, ਕਹਿੰਦਾ 24 ਤਲਾ ਮੈਚ ਲੱਗਿਆ ਫਿਰ। ਸ਼ੀਸ਼ੇ ਸਾਹਮਣੇ ਅੱਖਾਂ ਬੰਦ ਖਲੋਤਾ ਹੈ। ਮੈਂ ਕਿਹਾ ਕੀ ਕਰ ਰਿਹਾ ਹੈ? ਕਹਿੰਦਾ ਮੈਂ ਚੈੱਕ ਕਰ ਮੈਂ ਸੁੱਤਾ ਕਿਸ ਤਰ੍ਹਾਂ ਲੱਗਦਾ। ਦੀ ਰੇੜੀ ਲਾ ਲਈ, ਖਰਬੂਜ਼ਿਆਂ ਦੀ ਰੇੜੀ ਲਾ ਲਈ। ਸ਼ਾਮ ਤੱਕ ਇੱਕ ਖਰਬੂਜ਼ਾ ਨਾ ਰੁਕਿਆ ਤੇ ਫੁੱਲ ਗਰਮੀ ਨਾਲ ਸ਼ਾਮ ਨੂੰ ਵਿਚਾਰੇ ਪਿਲਪਲੇ ਹੋਣਾ ਸ਼ੁਰੂ ਹੋ ਗਏ। ਉਤੋਂ ਪਾਣੀ ਲਾ ਰਿਹਾ ਤੇ ਨਾਲ ਕੀ ਕਰ ਰਿਹਾ, ਉਹ ਨਹੀਂ ਵਿਕਣਾ ਨਾ ਵਿਕੋ, ਹੋਸ਼ ਤੇ ਫੜੋ। ਸਾਰੇ ਨਜ਼ਰ ਆ ਰਹੇ, ਚੰਗਾ ਇਹ ਪੇਤਾਲਾ ਚੁਬਾ ਹੁੰਦਾ। ਭਾਂ ਦਾ ਇੰਨਾ ਵੱਡਾ ਮੂੰਹ ਹੈ, ਲੱਗਦਾ ਨਹੀਂ ਕਈ ਨਾ ਘੁੰਡ ਚੁੱਕਿਆ ਹੈ। ਮਾਸ਼ਾਅੱਲਾ ਭਾਂ ਦਾ ਮੂੰਹ ਏਡਾ ਛੋਟਾ ਹੈਗਾ, ਇਹਦੇ ਨਾਲ ਦੀਆਂ ਛੋਟੀ ਜਿਹੀਆਂ ਲੱਗਾ ਪੇਟੀ ਦੇ ਥੱਲੇ ਦੇ। ਭਾਂ ਦਾ ਮੂੰਹ ਇੰਨਾ ਵੱਡਾ ਹੋਵੇ ਬੇਲਚ ਨਾਲ ਚੌਲ ਬਣਨੇ ਹੁੰਦੇ। ਆਹ ਬਿਲਕੁਲ ਤੇ ਬਣ। ਮਾਸ਼ਾਅੱਲਾ ਭਾਈ ਦਾ ਏਡਾ ਛੋਟਾ ਮੂੰਹ ਹੈਗਾ, ਇਹਦੇ ਨਾਲ ਦੀਆਂ ਕੁੱਪੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਤੇਲ ਪਾਉਣ ਵਾਲੀਆਂ। ਭਾਈ ਡਾਕਟਰ ਹੈ ਸੀ ਤੇ ਡਾਕਟਰ ਨੇ ਕਿਹਾ ਕਿ ਤੂੰ ਨਾ ਸਿਰਫ ਪਰਚੀਆਂ ਕੱਟਣੀਆਂ ਨੇ। ਤੇ ਬਾਹਰ ਬੈਠੇ ਨੇ ਤੇ ਆਂਟੀ ਆਈ ਕਹਿੰਦੇ ਮੈਂ ਨਾ ਚੈੱਕ ਕਰਵਾਉਣਾ। ਤੇ ਕਹਿੰਦਾ ਡਾਕਟਰ ਸਾਹਿਬ ਆਂਟੀ ਚੈੱਕ ਕਰੋ। ਬਾਅਦ ਫਿਰ ਉਸ ਤੋਂ ਬਾਅਦ ਉਹਨੂੰ ਆਂਟੀ ਨੇ ਬਹੁਤ ਹੀ ਕੁੱਟਿਆ। ਕਿਉਂ? ਆਂਟੀ ਨੇ ਫਿਰ ਉਹਨੂੰ ਉਹ ਚੈੱਕ ਕੀਤਾ, ਪੁੱਛਿਆ। ਸਹੀ। ਮਾਸ਼ਾਅੱਲਾ ਸਪਾਈਡਰਮੈਨ ਹੈਗਾ ਸੀ ਤੇ ਬਾਹਰ ਸੜਕ ਤੇ ਗਿਆ ਤੇ ਰਿਸ਼ਕੇ ਵਾਲੇ ਕਹਿੰਦੇ ਯਾਰ ਮੈਨੂੰ ਥੋੜਾ ਜਿਹਾ ਅੱਗੇ ਲਾ ਦੇ। ਉਹ ਬਿਲਾਲ ਸਾਹਿਬ ਨੂੰ ਭਾਂ ਨੂੰ ਵਕੀਲ ਹੈਗੇ ਸੀ ਤੇ ਕੇਸ ਜਿਤਾਇਆ ਤੇ ਜਿਤਾ ਕੇ ਕਹਿੰਦੇ ਭਾਂ ਨੂੰ ਮੈਨੂੰ ਹੁਣ ਘਰ ਵੀ ਲਾ ਦੇਣਾ। ਵਕੀਲ ਹੈਗਾ ਸੀ ਤੇ ਕੇਸ ਜਿੱਤ ਕੇ ਨਾ ਬਾਹਰ ਕੇਸ ਜਿੱਤ ਕੇ ਨਾ ਤੇ ਦੂਜੀ ਪਾਰਟੀ ਨੂੰ ਕਹਿ ਰਿਹਾ, ਕਹਿੰਦਾ ਮੈਂ ਪਾਰਟ ਟਾਈਮ ਫੱਕੀ ਵੀ ਵੇਚ। ਹਾਂਜੀ ਭਾਈ ਦਾ ਮੂੰਹ ਇੰਝ ਹੈਗਾ, ਬਰਗਰ ਦੇ ਉੱਤੇ ਟੂਪੇਸਟ ਪਾ ਕੇ ਖਾਦੇ ਹੁੰਦੇ। ਮੈਂ ਨਹੀਂ ਸਮਝ ਗਿਆ। ਹਾਂਜੀ। ਫੌਤਗੀ ਇੱਕ ਜਗ੍ਹਾ ਫੌਤਗੀ ਹੋਈ ਤੇ ਜਨਾਜ਼ਾ ਲੈ ਕੇ ਜਾ ਰਹੇ ਤੇ ਨਾਲ ਵੇਲਾ ਕਰਾ ਰਹੇ। ਮਾਸ਼ਾਅੱਲਾ ਭਾਈ ਦਾ ਮੂੰਹ ਵੇਖੋ, ਲੱਗਦਾ ਨਹੀਂ ਕਿਸੇ ਗਰੀਬ ਦੀ ਤਨਖਾਹ ਮੜੀ ਹੁੰਦੀ ਹੈ। ਹਾਂਜੀ, ਹੋਰ ਕੋਈ ਤੁਹਾਡੇ ਵਾਸ਼ਰੂਮ ਗਿਆ ਤੇ ਪਹਿਲੇ ਪੈਸੇ ਦੇ ਕੇ ਚਲਾ ਗਿਆ। ਉਹ ਬਾਈ ਕਹਿੰਦਾ ਵਾਪਸੀ ਆਖ ਦੇਣਾ, ਕਹਿੰਦਾ ਨਹੀਂ ਅੰਦਰ ਮੇਰੇ ਕੋਲ ਖਰਚੇ ਜਾਣੇ ਨੇ। ਇੱਕ ਦਫਾ ਵਾਸ਼ਰੂਮ ਦੇ ਵਿੱਚ ਗਿਆ ਤੇ ਚਿੱਟੇ ਨਹੀਂ ਪਏ ਹੁੰਦੇ, ਮਖਾਣੇ ਸਮਝ ਕੇ ਖਾ ਗਿਆ। ਚੋਰ ਹੁੰਦਾ ਸੀ ਹੈ, ਬੈਂਕ 'ਚ ਡਾਕਾ ਮਾਰ ਲਿਆ, ਬੈਂਕ 'ਚ ਡਾਕਾ ਮਾਰ ਕੇ ਬਲੱਡ ਬੈਂਕ 'ਚੋਂ ਡਾਕਾ ਮਾਰ ਕੇ ਖੂਨ ਦੀ ਬੋਤਲ ਚੁੱਕ ਲਿਆ। ਉਹ ਮਰੇ ਵਕੀਲ। ਐਸ ਪੈ ਦੀ YouTube ਨਹੀਂ ਚੱਲ ਰਹੀ ਤੇ ਪੈਂਚਰ ਦੀ ਦੁਕਾਨ ਤੇ ਲੈ ਗਏ, ਪਾਣਾ ਚੈੱਕ ਕਰਨਾ ਚਾਹੀਦਾ ਪੈਂਚਰ ਤੇ ਨਹੀਂ ਹੈਗੀ। ਇਹ ਭਾਈ ਨੋਰੇ ਨੇ ਨਵੇਂ ਚੋਰ ਬਣ ਗਏ ਤੇ ਨਾ ਪਹਿਲੀ ਵਾਰੀ ਨਾ ਬੰਦੂਕ ਫਾੜ ਕੇ ਨਾ 112 ਨੂੰ ਰੋਕ ਲਿਆ। ਕਹਿੰਦੇ ਭਾਈ ਜੇ ਜੋ ਕੁਝ ਹੈਗਾ ਕੱਢ ਦਿਓ। ਅਗਲੇ ਨੇ ਲਾਸ਼ ਕੱਢ ਗਿਆ ਤੇ ਮੋਢੇ ਤੇ ਮਾਰਤੀ। ਵੱਡੀ ਤੇ ਕੁਰਬਾਨੀ ਕੀਤੀ ਲੋਕਾਂ ਨੇ ਤੇ ਉਹਨਾਂ ਨੇ ਖਲ ਸਾਈਡ ਤੇ ਰੱਖੀ, ਖਲ ਮੋਢੇ ਤੇ ਪਾ ਕੇ ਤੇ ਟੁਰ ਪਿਆ। ਉਹਨਾਂ ਕਿਹਾ ਭਾਈ ਕਿੱਧਰ? ਕਹਿੰਦਾ ਯਾਰ ਨਹੀਂ ਵੇਚਣੀ ਨਹੀਂ। ਜ਼ਬਰ ਰੇੜਨ ਵਾਲਾ ਸੁਪਰਮੈਨ ਹੁੰਦਾ। ਆਹ ਰੀੜਾ ਨਾਲ ਸੁਪਰਮੈਨ ਹੋਣਾ ਤੇ ਉਤੋਂ ਅੰਨਾ ਹੋਣਾ, ਨਾਲ ਬੱਚਿਆਂ ਨੂੰ ਕਹਿਣਾ ਬੇਟਾ ਮੈਨੂੰ ਸੜਕ ਤੇ ਪਾਰ ਕਰਾ ਦੇ। ਇੱਕ ਮਾਈ ਨੂੰ ਕਹਿੰਦੀ ਮੈਂ ਬੇਟਾ ਮੈਨੂੰ ਸੜਕ ਪਾਰ ਕਰਾ ਦੇ, ਤੇ ਸੜਕ ਤੇ ਦੂਸਰੀ ਤੇ ਜਾ ਕਹਿੰਦਾ ਆ ਜਾ ਮਾਈ ਆ ਜਾ।
ਉਹ ਭਾਵੇਂ ਘੰਟੇ ਬਾਅਦ ਉੱਥੇ ਗਈ ਹੋਵੇ। ਯਕੀਨ ਮੰਨੋ ਇਹੋ ਜਿਹੇ ਸੋਹਣੇ ਬੱਚੇ 1.5 ਘੰਟਾ ਲਾ ਕੇ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਆਣਾ ਤੇ ਦੋਸਤ ਦੇ ਮੂੰਹ ਵੇਖ ਕੇ ਕਹਿੰਦੇ ਯਾਰ ਤੂੰ ਵਾਕਈ ਵਿਆਹ ਤੇ ਨਹੀਂ ਜਾਣਾ। ਬਹੁਤ ਅੱਛੇ ਵੀ ਬਹੁਤ ਫਿੱਟੇ ਫੁੱਟੇ। ਕੰਪਿਊਟਰ ਦਾ ਮਾਊਸ ਫੜਨ ਵਾਸਤੇ ਬਿੱਲੀ ਛੱਡਤੀ। ਇਹ ਭਾਈ ਨੋਰਾਂ ਨੇ ਨਾ ਨਵਾਂ ਕਾਟਨ ਦਾ ਸੂਟ ਪਾ ਕੇ, ਮਹਿੰਗੀ ਪਸ਼ੋਰੀ ਚੱਪਲ ਪਾ ਕੇ ਤੇ ਮਹਿੰਗੀ ਦਿਨ ਵਰਾਡੋ ਘੜੀ ਪਾ ਕੇ ਨਾ ਬੇਗਮ ਕੋਲ ਜਾ ਕੇ ਕਹਿੰਦੇ ਬੇਗਮ ਇੱਕ 20 ਰੁਪਏ ਤਾਂ ਦੇਣਾ। ਐ ਭਾਈ ਦੇ ਦੋਸਤ ਦਾ ਫੋਨ ਆਇਆ, ਕਹਿੰਦੇ ਯਾਰ ਕਿੱਥੇ ਹੈਗਾ? ਕਹਿੰਦੇ ਯਾਰ ਮੈਂ ਸਟੋਰ 'ਚ ਹੈਗਾ ਵਾਂ। ਕਹਿੰਦੇ ਯਾਰ ਕਿਹੜੇ ਸਟੋਰ 'ਤੇ? ਸਾਨੂੰ ਦੱਸ ਤੇ ਸਹੀ, ਅਸੀਂ ਵੀ ਉਹ ਸਟੋਰ 'ਤੇ ਵੇਖੀ ਆ ਕੇ ਤੂੰ ਕਿੱਥੇ ਆ? ਕਹਿੰਦੇ ਯਾਰ ਬਸ ਮੈਂ ਸਟੋਰ ਬੰਦ ਕਰਕੇ ਆ ਰਿਹਾ। ਕਹਿੰਦਾ ਦੱਸ ਜੀ? ਕਹਿੰਦਾ ਯਾਰ ਪਲੇ ਸਟੋਰ ਬੰਦ ਕਰਕੇ ਆ ਰਿਹਾ। ਇੱਕ ਦਫਾ ਮਜ਼ਾਰੇ ਪਾਕਿਸਤਾਨ ਗਿਆ, ਅੱਛਾ। ਇਹਦੇ ਘਰੋਂ ਫੋਨ ਆ ਗਿਆ, ਕਹਿੰਦੇ ਕਿੱਥੇ ਹੈ? ਉਹਨੂੰ ਪਤਾ ਨਹੀਂ ਇਹਨੂੰ ਕਹਿਣਾ ਕੀ ਹੈ। ਕਹਿੰਦਾ ਮੈਂ ਕਾਜਰਮ ਦੇ ਭੱਠੇ ਤੇ ਆ। ਆਹੋ ਵੀ ਵੱਡਾ ਹੁੰਦਾ ਹੈ। ਮਾਸ਼ਾਅੱਲਾ ਭਾਈ ਦਾ ਮੂੰਹ ਵੇਖੋ, ਸਪਾਈਡਰਮੈਨ ਨੇ ਤੇ ਜਾਲੇ ਨਾਲ ਮੰਜੀ ਹੁੰਦੀ ਹੁੰਦੀ। ਹਾਂਜੀ ਭਾਈ। 1122 ਫੋਨ ਕਰਕੇ ਕਹਿੰਦਾ ਮੈਂ ਚੈੱਕ ਕਰ ਰਿਹਾ ਸੀ ਮੇਰੇ ਕਹਿਣ ਤੇ ਆਉਂਦੀ ਹੋ ਕਿ ਨਹੀਂ ਆਉਂਦੇ। 1122 ਨੂੰ ਕਾਲ ਕਰਕੇ ਕਹਿੰਦਾ ਮੈਨੂੰ ਲੱਭ ਲਓ। ਉਹਨਾਂ ਨੇ ਫਿਰ ਇਹਨਾਂ ਵੱਲੋਂ ਲੱਭ ਲਿਆ। ਉਹ ਜਾ ਫਿੱਟੇ ਫੁੱਟੇ। ਲੋ ਨਾਜ਼ਰੀਨ ਬੜਾ ਇੰਜੋਏ ਹੋ ਰਿਹਾ। 1122 ਤੇ ਫੋਨ ਕਰਕੇ ਕਹਿੰਦਾ 5-6 ਛੇਤੀ ਪਹੁੰਚੋ, ਛੇਤੀ ਪਹੁੰਚੋ। ਕਹਿੰਦਾ ਹੋਇਆ ਕੀ? ਕਹਿੰਦਾ ਮੇਰੀ ਮਹਿੰਦੀ ਜਾਣੀ। ਆਸ਼ ਨੇ ਸੁਰਕੀ ਲਾਈ ਹੁੰਦੀ ਹੈ। ਖੁਸਰਾ ਹੈ ਸੀ ਤੇ ਪਾਕਿਸਤਾਨੀ ਟੀਮ 'ਚ ਚਲਾ ਗਿਆ ਤੇ ਉਹਨਾਂ ਨੇ ਪਹਿਲੀ ਗੇਂਦ ਕੀਤੀ ਇੰਜ ਕਰਕੇ ਉਹਦੇ ਪੈਡਾਂ ਤੇ ਵੱਜੀ ਤੇ ਹੁਣ ਅਪੀਲ ਕਿਉਂ ਕਹਿ ਰਿਹਾ ਤੱਕ ਵੇ ਤੂੰ ਥੋੜਾ ਜਿਹਾ ਪੈਡਾਂ ਵੱਲ ਤੱਕ ਵੇ। ਹਾਂਜੀ ਹੋਰ ਕਿਹੜਾ ਜੀ? ਖੁਸਰਾ ਸੀ ਤੇ ਉਹਨਾਂ ਨੇ ਨਾ ਕਰੀਮ ਦਿੱਤੀ ਕਿ ਐਂ ਲਾ ਲੈ। ਕਹਿੰਦਾ ਨਹੀਂ ਮੈਨੂੰ ਸੁਰਖੀ ਦਿਓ। ਸਹੀ ਹੋ ਗਿਆ। ਹੋਰ ਕੋਈ? ਯਕੀਨ ਮੰਨੋ ਇਹੋ ਜਿਹੇ ਇੰਨੇ ਕੁੱਤੇ ਹੁੰਦੇ ਨੇ, ਮੋੜ ਕੱਢਦੇ ਡਿੱਗ ਪੈਂਦੇ। ਲੈ ਬੰਦਾ ਇਹ ਭਾਈ ਨੋਰੀ ਮੰਨੋ ਇੱਕ ਕੁੱਤਾ ਨਾ ਪਿਸ਼ਾਬ ਕਰਨ ਦਾ ਤੇ ਕੋਲ ਜਾ ਕੇ ਨਾ ਜਵਾਨਾ ਕਿੱਕ ਮਾਰਨ ਲੱਗਾ। ਵੈਲ ਡਨ ਯਾਰ, ਕਲੈਪਿੰਗ ਯਾਰ, ਕਲੈਪਿੰਗ। ਸੀ ਤੇ ਅੰਦਰ ਕੋਈ ਇੱਕ ਮਰੀਜ਼ ਆ ਕਹਿੰਦਾ ਡਾਕਟਰ ਸਾਹਿਬ ਘਰ ਜਾ ਕੇ ਚੈੱਕ ਕਰਨ ਦੇ ਕਿੰਨੇ ਪੈਸੇ ਲੈਂਦੇ ਹੋ? ਕਹਿੰਦਾ 300 ਰੁਪਇਆ। ਉਹਨੇ ਇਹਨੂੰ 300 ਦਿੱਤਾ, ਗੁਜਰਾਲੇ ਲੈ ਗਿਆ। ਉਹ ਤਾਂ 750 ਲਾ ਕੇ ਵਾਪਸ ਆਇਆ ਘਰ। ਡਾਕਟਰ ਸੀ ਤੇ ਆਪਣਾ ਹੀ ਭਰਾ ਦੇ ਕੋਲ ਦਵਾਈ ਲੈਣ ਚਲਾ ਗਿਆ ਤੇ ਉਹਨੂੰ ਪੁੱਛਦਾ ਭਾਈ ਤੇਰਾ ਨਾਂ ਕੀ? ਸ਼ੌਕ ਹੈਗਾ ਸੀ। ਡਾਕਟਰ ਸੀ ਇੱਕ ਵਾਰੀ ਇਹ ਕੁੱਤਾ ਲੈ ਕੇ ਜਾ ਰਿਹਾ, ਇੱਕ ਬੰਦਾ ਕਹਿੰਦਾ ਓਏ ਲੜਾਈ ਵਾਲਾ ਹੈ, ਕਹਿੰਦਾ ਨਹੀਂ ਸੁਲਾਹ ਵਾਲਾ ਹੈ। ਡਾਕਟਰ ਸੀ ਤੇ ਉਹ ਨਹੀਂ ਹੁੰਦੇ ਪੋਲੀਓ ਦੇ ਟੀਕੇ ਵਾਲੇ, ਉਹਨੂੰ ਕਹਿੰਦੇ ਆ ਦਰਖਤ ਨੂੰ ਵੀ ਲਾਓ, ਲੰਗੜੇ ਅੰਬ ਦਿੰਦਾ ਜੀ। ਸਹੀ ਹੋ ਗਿਆ। ਸਟੇਚਰ 'ਚ ਬਾਗ ਨਾ ਲੰਗੜੇ ਆਮ ਵੇਚ ਰਿਹਾ। ਮੈਂ ਕਿਹਾ ਕਿਉਂ? ਕਹਿੰਦਾ ਲੰਗੜੇ ਨੇ। ਆਊਟ ਹੋ ਨਹੀਂ ਸਕਦੇ। ਹਾਂਜੀ। ਇੱਕ ਜਗ੍ਹਾ ਤੇ ਨਾ ਸੁਸਤ ਬੰਦੇ ਦਾ ਟੂਰਨਾਮੈਂਟ ਹੋ ਰਿਹਾ ਤੇ ਇਹਨੇ ਹਿੱਸਾ ਲੈ ਲਿਆ ਤੇ ਪਹਿਲੇ ਨੰਬਰ ਤੇ ਆਇਆ। ਮੈਂ ਕਿਹਾ ਤੂੰ ਕਿਵੇਂ ਪਹਿਲੇ ਨੰਬਰ ਤੇ ਆਇਆ? ਕਹਿੰਦਾ ਮੈਂ ਗਿਆ ਹੀ ਨਹੀਂ, ਇੰਨਾ ਸੁਸਤ ਸੀ ਮੈਂ। ਇਹ ਭਾਈ ਨੋਰੀ ਨਾ ਆਪਣੇ ਕਿਸੇ ਦੋਸਤ ਕੋਲ ਗੁਜਰਾਤ ਚਲੇ ਗਏ ਤੇ ਉਹਨੇ ਪਹਿਲੇ ਦਿਨ ਇਹਨੂੰ ਦਾਲ ਖਵਾਤੀ, ਦੂਜੇ ਦਿਨ ਵੀ ਦਾਲ, ਵਾਵਾ ਦਿਨ ਇਹਨੂੰ ਦਾਲ ਹੀ ਖਵਾਉਂਦਾ ਰਿਹਾ। ਤੇ ਇੱਕ ਦਿਨ ਉਹਦੇ ਦੋਸਤ ਨੇ ਇਹਨੂੰ ਪੁੱਛਿਆ ਭਾਈ ਨਾ ਅੱਜ ਤਰੀਕ ਕੀ ਹੈ? ਕਹਿੰਦਾ ਭਾਈ ਮੈਨੂੰ ਨਾ ਦੇਸੀ ਤਰੀਕਾਂ ਦਾ ਪਤਾ ਨਾ ਇੰਗਲਿਸ਼ ਤਰੀਕਾਂ ਦਾ ਪਤਾ, ਮੈਨੂੰ ਇੰਨਾ ਪਤਾ ਅੱਜ ਦਾਲ ਦੀ 11ਵੀਂ ਸ਼ਰੀਫ ਹੈਗੀ ਹੈ। ਹਾਂਜੀ ਸਹੀ। ਇਹਨੇ ਖਰਬੂਜ਼ਿਆਂ ਦੀ ਰੇੜੀ ਲਾ ਲਈ, ਖਰਬੂਜ਼ਿਆਂ ਦੀ ਰੇੜੀ ਲਾ ਲਈ। ਸ਼ਾਮ ਤੱਕ ਇੱਕ ਖਰਬੂਜ਼ਾ ਨਾ ਵਿਕਿਆ ਤੇ ਫੁੱਲ ਗਰਮੀ ਨਾਲ ਸ਼ਾਮ ਨੂੰ ਵਿਚਾਰੇ ਪਿਲਪਲੇ ਹੋਣਾ ਸ਼ੁਰੂ ਹੋ ਗਏ। ਉਹ ਤੋਂ ਪਾਣੀ ਲਾ ਰਿਹਾ ਤੇ ਨਾਲ ਕੀ ਕਰ ਰਿਹਾ, ਉਹ ਨਹੀਂ ਵਿਕਣਾ ਨਾ ਵਿਕੋ, ਹੋਸ਼ ਤੇ ਫੜੋ। ਸਾਡਾ ਐਂਕਰ ਵੇਖ ਲਾਤਾ ਨਹੀਂ ਦੋਂਦੀ ਬਤਖ ਹੁੰਦੀ ਹੈ। ਮਾਸ਼ਾਅੱਲਾ ਇਹਦਾ ਫੈਸਲੇ ਵਿੱਚ ਚਿੜੀਆ ਘਰ ਗਏ ਤੇ ਉਹਨੂੰ ਵੇਖ ਕੇ ਨਾ ਸਾਰੇ ਬਾਂਦਰਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਕੋਈ ਬੰਦੇ ਨੂੰ ਕਿਹਾ ਮੈਂ ਕਿਹਾ ਰਿਹਾ ਕੋਈ ਰੋਲਾ ਪਾਉਂਦੇ? ਕਹਿੰਦਾ ਉਹ ਕਹਿ ਰਹੇ ਨੇ ਜੇ ਸਾਨੂੰ ਬੰਦ ਕੀਤਾ ਤੇ ਇਹ ਕੋ ਪਾਉਂਦੇ। ਲਓ ਨਾਜ਼ਰੀਨ, ਐਸੀ ਸਾਡਾ ਸ਼ੋਅ ਜਿਹਦੇ 'ਚ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਮੁਸਕਰਾਹਟਾਂ ਤੁਹਾਡੇ ਚਿਹਰੇ 'ਚ ਫੈਲਾਈਏ, ਤੁਹਾਨੂੰ ਖੁਸ਼ ਕਰੀਏ, ਤੁਹਾਨੂੰ ਹੈਪੀ ਕਰੀਏ। ਉਮੀਦ ਕਰਨਾ ਤੁਹਾਨੂੰ ਮੇਰਾ ਇਹ ਸ਼ੋਅ ਜ਼ਰੂਰ ਪਸੰਦ ਆਇਆ ਹੋਏਗਾ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਜ਼ੀਦ ਐਸੇ ਪ੍ਰੋਗਰਾਮ ਪੇਸ਼ ਕਰਦੇ ਰਹੀਏ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਪਸੰਦ ਆਈ ਤੇ ਇਹਨੂੰ ਅੱਗੇ ਸ਼ੇਅਰ ਕਰੋ ਦੋਸਤਾਂ ਨਾਲ। ਮਾਸ਼ਾਅੱਲਾ ਚੂਹਾ ਮਕਲਾਵੇ ਤੇ